प्यारे दर्शकों, नवा पंजाब दे इस शो में तुहाडा निੱਘਾ स्वागत है। इस शो में साडे नाल सीनियर पत्रकार बलवीर सिंह जंडू हैं, जिन्हां नाल गल करांगे कि पंजाब दे विच जिहड़ी वोट प्रतिशत है वो पिछलियां 4-5 चोणां तो इस वारी घट पई है ते पिछले 2017 ਦੇ ਮੁਕਾਬਲੇ 5% ਤੋਂ ਵੀ ਵੱਧ ਬਣਦੀ ਹੈ ਵੀ ਇੰਨੀਆਂ ਵੋਟਾਂ ਘਟ ਪਈਆਂ। ਇਸ ਦੇ ਨਾਲ ਜਿਹੜੇ ਕੁਝ ਹੋਰ ਮਸਲੇ ਉਹਨਾਂ ਦੇ ਵੀ ਚਰਚਾ ਜਿਹੜੀ ਕਰਾਂਗੇ ਵੀ ਜਿਹੜੇ ਐਗਜ਼ਿਟ ਪੋਲ ਨੇ ਉਹ ਕੀ ਕਹਿੰਦੇ ਨੇ। ਬਹੁਤੀ ਵਾਰੀ ਤਾਂ ਐਗਜ਼ਿਟ ਪੋਲ ਜਿਹੜੇ ਆ ਉਹ ਸਹੀ ਨਹੀਂ ਨਿਕਲੇ। ਸੋ ਇਸ ਦੇ ਨਾਲ ਹੀ ਯੂਪੀ ਦੇ ਵਿੱਚ ਵੀ ਚੋਣਾਂ ਹੋ ਰਹੀਆਂ, ਉੱਥੇ ਹਵਾ ਦਾ ਰੁਖ ਕਿੱਧਰ ਨੂੰ ਉਹਦੀ ਵੀ ਥੋੜੀ ਗੱਲ ਕਰਾਂਗੇ। ਤੇ ਜਿਹੜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੁਨੀਲ ਜਾਖੜ, ਉਹਨਾਂ ਕਿਹਾ ਕਿ ਜਿਹੜੀ ਪੰਜਾਬ ਚੋਣਾਂ ਦੇ ਵਿੱਚ ਜਿਹੜੀ ਕਿਸਾਨਾਂ ਦੀ ਪਾਰਟੀ ਹੈ ਸੰਯੁਕਤ ਸਮਾਜ ਮੋਰਚਾ, ਉਹਦੀ ਕਾਰਗੁਜ਼ਾਰੀ ਮਾੜੀ ਨਿਕਲਣ ਦੇ ਨਾਲ ਜਿਹੜਾ ਕੇਂਦਰ ਸਰਕਾਰ ਨੂੰ ਇੱਕ ਹੋਰ ਕਿਸਾਨਾਂ ਦੇ ਵਿਰੁੱਧ ਹੱਲਾ ਕਰਨ ਦਾ ਮੌਕਾ ਮਿਲ ਜਾਏਗਾ। ਇਸ ਕਰਕੇ ਜਿਹੜੀ ਕੇਂਦਰ ਸਰਕਾਰ ਆ ਉਹ ਕਿਸਾਨਾਂ ਦੇ ਉੱਪਰ ਅਗਲਾ ਹਮਲਾ ਵੀ ਕਰ ਸਕਦੀ ਹੈ, ਇਹ ਉਹਨਾਂ ਚੇਤਾਵਨੀ ਦਿੱਤੀ ਹੈਗੀ ਹੈ। ਤੋ ਇਹ ਮੁੱਖ ਖਬਰਾਂ ਨੇ ਜਿਨ੍ਹਾਂ ਬਾਰੇ ਅਸੀਂ ਚਰਚਾ ਕਰਾਂਗੇ। ਤੇ ਜਿਹੜੀ ਵੋਟ ਪਰਸੈਂਟ ਘਟੀ ਹੈ ਇਹਨੂੰ ਲੈ ਕੇ ਜਿਹੜਾ ਕਈ ਤਰ੍ਹਾਂ ਦੇ ਕੈਫੇ ਲਾਏ ਜਾ ਰਹੇ ਵੀ ਇਹ ਜਿਹੜੀ ਵੋਟ ਹੈ ਇਸ ਕਰਕੇ ਘਟ ਪੈਣ ਨਾਲ ਜਿਹੜੀ ਧਿਰ ਆਉਣ ਵਾਲੀ ਹੈ, ਜਿਹੜੀ ਚੇਂਜ ਦੀ ਹਮੀ ਸੀਗੀ, ਉਹਨੂੰ ਨੁਕਸਾਨ ਹੋਣ ਦੀ ਜ਼ਿਆਦਾ ਸੰਭਾਵਨਾ। ਜੰਡੂ ਸਾਹਿਬ, ਤੁਹਾਡਾ ਕੀ ਕਹਿਣਾ ਇਸ ਮੁੱਦੇ ਦੇ ਉੱਪਰ? ਇਹਦੇ ਚ ਅਸਲ ਚ ਤਾਂ ਇਹ ਹੈ ਕਿ ਜਿਹੜੀ ਵੋਟ ਪਰਸੈਂਟੇਜ ਘਟੀ ਜਾਂਦੀ, ਕਈ ਰੀਜ਼ਨ ਹੋ ਸਕਦੇ ਆ, ਪਰ ਇਹਦੇ ਚ ਇੱਕ ਦੋ ਤਰ੍ਹਾਂ ਦਾ ਹੈਗਾ। ਇੱਕ ਤਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿ ਵੋਟ ਜਦੋਂ ਘਟਦੀ ਹੈ ਤਾਂ ਜਿਹੜਾ ਉਤਸ਼ਾਹ ਹੁੰਦਾ ਲੋਕਾਂ 'ਚ, ਉਹਦੇ 'ਚ ਲੱਗਦਾ ਹੈ ਕਿ ਵੋਟਰ 'ਚ ਉਸ ਕਿਸਮ ਦਾ ਉਤਸ਼ਾਹ ਨਹੀਂ ਜਿਹੜਾ ਤਬਦੀਲੀ ਦੀ ਵੋਟ ਵੇਲੇ ਆਮ ਤੌਰ ਤੇ ਦੇਖਣ ਨੂੰ ਮਿਲਦਾ। ਜਿਹੜੇ ਪਿਛਲੇ ਇਲੈਕਸ਼ਨਾਂ ਦੇ ਤਜਰਬੇ ਰਹੇ ਆ ਕਿ ਜਦੋਂ ਲੋਕ ਤਬਦੀਲੀ ਕਰਦੇ ਆ ਜਾਂ ਤਬਦੀਲੀ ਚਾਹੁੰਦੇ ਆ ਤਾਂ ਉਦੋਂ ਬੜੇ ਲੋਕ ਹੁਮ ਹੁਮਾ ਕੇ ਆ ਕੇ ਵੋਟ ਪਾਉਂਦੇ ਹੈਗੇ। ਨਹੀਂ ਤੇ ਜਿਹੜੀ ਵੋਟ ਹੈ ਉਸ ਤਰ੍ਹਾਂ ਹੀ ਜਿੰਨੀ ਨਾਰਮਲ ਹੈ ਉਨੀ ਪੈਂਦੀ। ਪਰ ਇਹ ਜਿਹੜੀਆਂ ਪਿਛਲੇ 5 ਇਲੈਕਸ਼ਨ ਲੰਘੇ ਆ ਉਹ 4, ਉਹਨਾਂ ਤੋਂ ਸਭ ਤੋਂ ਘੱਟ ਇਹ ਜਿਹੜੀ ਹੈ ਇਸ ਵਾਰ ਜਿਹੜੀ ਹੈ ਵੋਟ ਜਿਹੜੀ ਪਿਛਲੀ 3 ਇਲੈਕਸ਼ਨ ਖਾਸ ਕਰਕੇ 2007, 2012 ਤੇ 2017, ਉਹਨਾਂ ਤੋਂ ਜਿਹੜੀ ਹੈ ਘੱਟ ਹੈਗੀ ਹੈ। ਔਰ ਘੱਟ ਵੀ ਜਿਹੜੀ ਪਿਛਲੀ ਵਾਰ ਜੇ ਅਸੀਂ ਦੇਖੀਏ ਜਿਹੜੇ ਫਿਗਰ ਹੈ ਉਹ ਦੋ ਤਰ੍ਹਾਂ ਦੇ ਆ ਰਹੇ। ਇੱਕ ਤਾਂ 77.20% ਆ ਰਿਹਾ, 77.40% ਆ ਰਿਹਾ। ਤਾਂ ਇਹ ਇਸ ਵਾਰ ਜਿਹੜੀ ਪਈ ਆ ਉਹ 71.95% ਜਿਹੜੀ ਹੈ 95 ਜਿਹੜੀ ਆ ਉਹ ਪਈ ਹੈਗੀ ਹੈ। ਸੋ ਉਹ ਜਿਹੜੀ ਵੋਟ ਪਈ ਹੈਗੀ ਆ ਉਹਦੇ 'ਚ 5% ਤੋਂ ਵੱਧ ਜਿਹੜੀ ਹੈ ਘੱਟ ਵੋਟ, ਲਗਭਗ 5.45% ਵੋਟ ਜਿਹੜੀ ਹੈ ਪਿਛਲੇ ਵਾਰ ਨਾਲੋਂ ਘੱਟ ਪਈ ਹੈਗੀ ਹੈ। ਤੇ ਉਹ ਜਿਹੜੀ ਵੋਟ ਘੱਟ ਪਈ ਹੈ ਉਸ ਦੇ ਰੀਜ਼ਨ ਤੋਂ ਆਮ ਤੌਰ ਤੇ ਜਿਹੜੇ ਅੰਦਾਜ਼ੇ ਲਾਏ ਜਾ ਰਹੇ ਕਿ ਜਿਸ ਤਰ੍ਹਾਂ ਦੀ ਤਬਦੀਲੀ ਦੀ ਪਹਿਲਾਂ ਹਵਾ ਲੱਗਦੀ ਸੀਗੀ ਕਿ ਬਹੁਤ ਲੋਕ ਬਦਲਣ ਲਈ ਉਤਸ਼ਾਹ ਵਿੱਚ ਹੈ, ਉਹ ਕਿਤੇ ਵੋਟਾਂ 'ਚ ਪਰਸੈਂਟੇਜ 'ਚ ਨਜ਼ਰ ਨਹੀਂ ਆਈ। ਦੂਸਰੇ ਪਾਸੇ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਜਿਹੜੀ ਲੋਕਲ ਲੈਵਲ ਤੇ ਵੱਖ-ਵੱਖ ਹਲਕਿਆਂ ਵਿੱਚ ਉੱਥੇ ਵੋਟ ਪਰਸੈਂਟੇਜ ਬਹੁਤ ਉੱਚਾ ਵੀ ਗਿਆ ਹੈਗਾ, ਕਿਤੇ 80% ਵੀ ਗਿਆ, ਕਿਤੇ 78 ਵੀ ਗਿਆ। ਔਰ ਉਹ ਜਿਹੜਾ ਜ਼ਿਆਦਾ ਜਿਹੜੀ ਵੋਟ ਪ੍ਰਤੀਸ਼ਤ ਹੈ ਖਾਸ ਕਰਕੇ ਸ਼ਹਿਰੀ ਹਲਕਿਆਂ 'ਚ ਪਿੰਡਾਂ ਦੇ ਮੁਕਾਬਲੇ ਜ਼ਿਆਦਾ ਘਟੀ ਹੈ। ਪਿੰਡਾਂ ਦੇ ਵਿੱਚ ਫਿਰ ਵੀ ਵੋਟ ਨਹੀਂ, ਇਹ ਤਾਂ ਜੰਮੂ ਜੀ ਅੱਗੇ ਵੀ ਰੁਝਾਨ ਹੈਗਾ ਕਿ ਸ਼ਹਿਰੀ ਵੋਟ ਘੱਟ ਪੈਂਦੀ ਹੈ। ਤਾਂ ਚੋਣ ਕਮਿਸ਼ਨ ਨੇ ਵੀ ਨੋਟ ਕੀਤਾ ਔਰ ਪਹਿਲਾਂ ਵੀ ਇਹ ਗੱਲ ਆਉਂਦੀ ਰਹੀ ਹੈ ਕਿ ਸ਼ਹਿਰ 'ਚ ਵੋਟ ਜਿਹੜੀ ਹੈ ਘੱਟ ਪੈਂਦੀ, ਪੇਂਡੂ ਹਲਕਿਆਂ 'ਚ ਜ਼ਿਆਦਾ ਪੈਂਦੀ ਹੈ। ਤੇ ਹੁਣ ਜੇ ਅਸੀਂ ਮਾਲਵਾ 'ਚ ਦੇਖੀਏ ਤਾਂ ਮਾਲਵਾ ਦੇ ਜਿਹੜੇ ਵੱਖ-ਵੱਖ ਹਲਕੇ ਹੈਗੇ ਜਾਂ ਵੱਖ-ਵੱਖ ਜ਼ਿਲ੍ਹੇ ਹੈਗੇ ਆ, ਉੱਥੋਂ ਦੀ ਵੱਖ-ਵੱਖ ਪਰਸੈਂਟੇਜ ਹੈ। ਕਿਤੇ ਇਹ ਵੀ ਲੱਗਦਾ ਹੈ ਕਿ ਜਿਹੜੀ ਲੋਕਲ ਲੋਕ, ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਤੁਸੀਂ ਕੋਈ MLA 4 ਵਾਰੀ ਬਣ ਗਿਆ, ਕੋਈ 3 ਵਾਰੀ ਬਣ ਗਿਆ, ਕੋਈ 5 ਵਾਰੀ ਬਣ ਗਿਆ, ਤਾਂ ਲੋਕ ਉੱਥੇ ਵੀ ਬਦਲਾਅ ਚਾਹੁੰਦੇ ਹੁੰਦੇ। ਕਈ ਵਾਰੀ ਲੋਕਲ ਲੈਵਲ ਤੇ ਬਦਲਾਅ ਦੀ ਗੱਲ ਹੁੰਦੀ ਆ, ਮਤਲਬ ਉੱਪਰ ਸਮੂਹਕ ਲੈਵਲ ਤੇ ਜਾਂ ਸੂਬਾ ਪੱਧਰ ਤੇ ਉਸ ਤਰ੍ਹਾਂ ਦਾ ਬਦਲਾਅ ਤੁਹਾਨੂੰ ਨਜ਼ਰ ਨਹੀਂ ਆਉਂਦਾ ਜਾਂ ਉਸ ਤਰ੍ਹਾਂ ਦਾ ਲੋਕਾਂ 'ਚ ਉਤਸ਼ਾਹ ਨਹੀਂ ਹੁੰਦਾ। ਤੇ ਲੋਕਲ ਲੈਵਲ ਤੇ ਜ਼ਰੂਰ ਬਦਲਣਾ ਚਾਹੁੰਦੇ ਕਿ ਇਹਨੂੰ 3 ਵਾਰ ਹੋ ਗਿਆ, 4 ਵਾਰ MLA ਬਣਦੇ, ਲੋਕਾਂ ਦੇ ਗੁੱਸੇ ਗਿਲੇ ਵੀ ਹੁੰਦੇ ਆ, ਕਈ ਵਾਰੀ ਕੰਮਕਾਰ ਵੀ ਨਹੀਂ ਹੋਏ ਹੁੰਦੇ। ਸੋ ਇਸ ਕਰਕੇ ਉਹ ਜਿਹੜੀ ਵੱਖ-ਵੱਖ ਤਰ੍ਹਾਂ ਇਹਨੂੰ ਜਿਹੜਾ ਲਿਆ ਜਾ ਰਿਹਾ ਹੈ ਸਾਰਾ, ਜਿਸ ਤਰ੍ਹਾਂ ਦੀ ਵੋਟ ਦੀ ਪੋਲਿੰਗ ਹੋਈ ਹੈ। ਪਰ ਜੇ ਤੁਸੀਂ ਹੁਣ ਇਹਨੂੰ ਦੇਖੋ, ਪਹਿਲੇ ਜਿਹੜੇ ਆਮ ਤੌਰ ਤੇ ਐਸਟੈਬਲਿਸ਼ ਜਿਹੜੀਆਂ ਪੈਮਾਨੇ ਹੁੰਦੇ ਸੀ ਉਹਨਾਂ ਮੁਤਾਬਕ ਤਾਂ ਹੈ ਕਿ ਜੇ ਵੋਟ ਘੱਟ ਪਈ ਹੈ ਤਾਂ ਦੈਟ ਮੀਨ ਕਿ ਜਿਹੜੀ ਪਾਰਟੀ ਰੂਲਿੰਗ ਪਾਰਟੀ ਹੈ ਜਾਂ ਜਿਹੜੀਆਂ ਸਥਾਪਤੀ ਵਾਲੀਆਂ ਪਾਰਟੀਆਂ, ਉਹ ਉਹਨਾਂ ਦਾ ਜਿਹੜਾ ਹੱਥ ਜਿਹੜਾ ਹੈ ਮਜ਼ਬੂਤ ਹੁੰਦਾ ਹੈ, ਉਹਨਾਂ ਦੀ ਸਥਿਤੀ ਜ਼ਿਆਦਾ ਮਜ਼ਬੂਤ ਹੁੰਦੀ ਹੈ, ਬਜਾਏ ਇਸ ਦੇ ਕਿ ਜਿਹੜੀਆਂ ਉਹਨਾਂ ਨੂੰ ਬਦਲਣ ਲਈ ਜਾਂ ਉਹਨਾਂ ਨੂੰ ਸੱਤਾ ਤੋਂ ਪਾਸੇ ਕਰਨ ਲਈ ਤੁਲੀਆਂ ਹੁੰਦੀਆਂ। ਤਾਂ ਇਹਦੇ ਵਿੱਚ ਸਭ ਤੋਂ ਮੇਜਰ ਜਿਹੜੇ ਫੈਕਟਰ ਰਹੇ ਹੈ
ਜੰਮੂ ਜੀ, ਕਿ ਉਹਦੇ ਵਿੱਚ ਇੱਕ ਤਾਂ ਦੇਖੋ ਜਿਹੜੀ ਡੇਰੇ ਦੀ ਵੋਟ ਹੈ, ਉਹ ਜਿਸ ਤਰ੍ਹਾਂ ਉਹਨਾਂ ਨੇ ਆਖਰੀ ਦਿਨ ਤੇ ਸੱਦਾ ਦਿੱਤਾ ਹੈ ਕਿ ਤੁਸੀਂ ਅਕਾਲੀ ਦਲ ਨੂੰ ਤੇ ਬੀਜੇਪੀ ਨੂੰ ਵੋਟ ਪਾਓ, ਉਹ ਕਿੰਨੀ ਪਈ ਹੈ ਹੁਣ ਇੱਕ ਅੰਦਾਜ਼ੇ ਮੁਤਾਬਕ ਤਾਂ ਇਹ ਵੀ ਕਹਿੰਦਾ ਕਿ ਡੇਰੇ ਦੇ ਪ੍ਰਭਾਵ ਵਾਲੀ ਵੋਟ ਜਿਹੜੀ ਆ ਉਹ 40 ਲੱਖ ਤੋਂ ਲੈ ਕੇ ਦੇ ਲਗਭਗ 50 ਲੱਖ ਤੱਕ ਹੈਗੀ ਹੈ। ਉਹ ਕਿੰਨੀ ਉਹਦੇ ਚੋਂ ਪੋਲ ਹੋਈ, ਕਿੰਨੀ ਨਹੀਂ ਹੋਈ, ਆਇਆ ਸਾਰੀ ਜਿਹੜੀ ਉਹਨਾਂ ਦੇ ਕਹਿਣ ਤੇ ਪੋਲ ਹੋਈ ਜਾਂ ਕੋਈ ਲੋਕਾਂ ਨੇ ਆਪਣੀ ਮਰਜ਼ੀ ਨਾਲ ਹੀ ਵੋਟ ਪਾਈ, ਇਹਦਾ ਤਾਂ ਕੋਈ ਪਤਾ ਨਹੀਂ ਲਾਇਆ ਜਾ ਸਕਦਾ ਇਸ ਸਥਿਤੀ ਦਾ ਤਾਂ। ਪਰ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਸੱਦਾ ਦਿੱਤਾ ਔਰ ਜਿਸ ਤਰ੍ਹਾਂ ਦੀਪ ਸਿੱਧੂ ਜਿਹੜੇ ਕਿ ਸੜਕ ਹਾਦਸੇ ਜਿਹਦੀ ਮੌਤ ਹੋਈ, ਨੌਜਵਾਨ ਆਗੂ ਸੀ, ਉਹ ਮਾੜੀ ਗੱਲ ਹੋਈ, ਪਰ ਇਹ ਹੈ ਕਿ ਉਸ ਦੇ ਨਾਲ ਜਿਹੜੀ ਹਮਦਰਦੀ ਸੀ ਲੋਕਾਂ ਦੀ, ਤਾਂ ਯੂਥ ਸੀ ਜਿਹੜਾ, ਨੌਜਵਾਨ ਸੀ ਜਿਹੜੇ, ਉਹਨੇ ਉਹਦੀ ਮੌਤ ਨੇ ਵੀ ਉਹਨਾਂ ਨੂੰ ਜਿਹੜਾ ਕਾਫੀ ਉਹਦੇ ਨਾਲ ਹਮਦਰਦੀ ਵਾਲੀ ਜਿਹੜੀ ਇੱਕ ਲਹਿਰ ਬਣੀ ਹੈਗੀ ਹੈ। ਤੇ ਉਹਦੇ ਨਾਲ ਜਿਹੜਾ ਮਾਨ ਦਲ ਦੇ ਖਾਸ ਕਰਕੇ ਅਮਰਗੜ੍ਹ ਹਲਕੇ ਦੇ ਵਿੱਚ ਤੇ ਮਾਲਵੇ ਦੇ ਖਿੱਤੇ ਦੇ ਵਿੱਚ ਜਿਹੜੀ ਨੌਜਵਾਨ ਵੋਟ ਸੀਗੀ, ਉਹ ਜਿਹੜੀ ਅੱਗੇ ਆਮ ਆਦਮੀ ਪਾਰਟੀ ਦੇ ਨਾਲ ਖੜੀ ਸੀ, ਉਹ ਉੱਧਰ ਦੂਰ ਗਈ ਹੈ, ਉਹ ਇੱਧਰ ਦੂਸਰੇ ਪਾਸੇ ਭੁਗਤੀ ਹੈ, ਮਾਨ ਦਲ ਵੱਲ ਨੂੰ ਭੁਗਤੀ ਹੈ। ਉਹ ਨੌਜਵਾਨਾਂ ਦਾ ਜਿਹੜਾ ਇਸ ਤਰ੍ਹਾਂ ਇੱਕ ਪਾਸੇ ਨੂੰ ਜਾਣਾ, ਉਹਨੇ ਵੀ ਜਿਹੜਾ ਵੋਟਾਂ ਦੇ ਜਿਹੜੇ ਸਮੀਕਰਨ ਸੀ ਉਹਨਾਂ ਨੂੰ ਬਦਲਣ ਵਿੱਚ ਬਹੁਤ ਅਹਿਮ ਇੱਕ ਮੇਰਾ ਖਿਆਲ ਕੁਮਾਰ ਵਿਸ਼ਵਾਸ ਨੇ ਜਿਹੜਾ ਬਿਆਨ ਦਿੱਤਾ ਸੀਗਾ, ਜਾਨੀ ਉਹਦੀ ਵੀਡੀਓ ਵਾਇਰਲ ਹੋਈ ਸੀ, ਇੱਕ ਉਹ ਮਾਮਲਾ ਵੀ ਹੈਗਾ। ਇੱਕ ਪਤਵੰਤ ਪੰਨੂ ਨੇ ਜਿਹੜੀ ਚਿੱਠੀ ਲਿਖੀ ਆਪ ਦੇ ਹੱਕ ਦੇ ਵਿੱਚ, ਉਹਨਾਂ ਨੇ ਵੀ ਮੇਰਾ ਖਿਆਲ ਮਸਲੇ ਨੂੰ ਜਿਹੜਾ ਕੁਝ ਗੁੰਝਲਦਾਰ ਬਣਾਇਆ। ਉਹ ਤਾਂ ਹੁਣ ਦੇਖੋ ਗੱਲ ਉਹ ਤਾਂ ਗੰਭੀਰ ਹੈਗੀ ਹੈ, ਕਿਉਂਕਿ ਉਹ ਹੁਣ ਕੋਈ ਸਧਾਰਨ ਬੰਦੇ ਨੇ ਨਹੀਂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਕਾਇਦਾ ਹੋਮ ਮਿਨਿਸਟਰੀ ਨੂੰ ਚਿੱਠੀ ਲਿਖੀ ਹੈ ਇਸ ਸੰਬੰਧ ਦੇ ਵਿੱਚ, ਔਰ ਉਹਨਾਂ ਨੇ ਇਹਦੇ ਤੇ ਅੱਗੇ ਕਾਰਵਾਈ ਵੀ ਹੋ ਰਹੀ, ਕੀ ਕਾਰਵਾਈ ਹੋਈ ਹੈ ਉਹ ਵੀ ਸਾਹਮਣੇ ਆ ਜਾਏਗੀ। ਪਰ ਇਹ ਜ਼ਰੂਰ ਹੈ ਕਿ ਕਾਰਵਾਈ ਮੰਗੀ ਹੈਗੀ ਹੈ ਮੁੱਖ ਮੰਤਰੀ ਨੇ ਜਿਹੜੀ ਚਿੱਠੀ ਲਿਖ ਕੇ ਸਾਰੇ ਕੁਝ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਜਿਸ ਤਰ੍ਹਾਂ ਦੇ ਖਾਲਿਸਤਾਨੀਆਂ ਨਾਲ ਸੰਬੰਧ ਹੈ, ਕਿਉਂਕਿ ਇਹ ਜਿਹੜਾ ਸੁਖਪਾਲ ਸਿੰਘ ਖਹਿਰਾ ਹੋਣਾ ਵਾਲਾ ਕੇਸ ਸੀਗਾ, ਉਹ ਵੀ ਇਸੇ ਨਾਲ ਹੀ ਕਿਤੇ ਨਾ ਕਿਤੇ ਦੂਰੋਂ ਨੇੜਿਓਂ ਜੁੜਦਾ ਹੈਗਾ, ਕਿਉਂਕਿ ਜਿਹੜੀ ਉਹ ਪੈਸੇ ਇੱਧਰੋਂ ਇਕੱਠੇ ਕਰਕੇ ਲੈ ਗਿਆ ਸੀ, ਉਹਦਾ ਵੀ ਇਹ ਕਹਿਣਾ ਸੀਗਾ ਕਿ ਮੈਂ ਸਾਰੇ ਅਰਵਿੰਦ ਕੇਜਰੀਵਾਲ ਨੇ ਸਾਡੇ ਤੋਂ ਲੈ ਰਹੇ ਸੀਗੇ। ਸੋ ਇਸ ਕਰਕੇ ਪਿਛਲੀ ਵਾਰ ਵਾਲਾ ਵੀ ਉਹਨਾਂ ਦਾ ਮਾਮਲਾ ਜਿਹੜਾ ਸਾਹਮਣੇ ਆਇਆ, ਇਹ ਚਿੱਠੀ ਜਿਹੜੀ ਤੁਸੀਂ ਕਹਿੰਦੇ ਹੋ ਗੁਰਪਤਵੰਤ ਵਾਲੀ, ਫਿਰ ਜਿਹੜੀ ਕੁਮਾਰ ਵਿਸ਼ਵਾਸ ਬਾਰ-ਬਾਰ ਜਿਹੜੀ ਇਹ ਗੱਲ ਕਹਿੰਦਾ ਰਿਹਾ, ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਕਿਤੇ ਨਾ ਕਿਤੇ ਇਹਨੇ ਜਿਹੜੀ ਆਪ ਦੀ ਇੱਕ ਹਵਾ ਬਣੀ ਹੋਈ ਸੀ ਉਸ ਨੂੰ ਕਾਫੀ ਜਿਹੜੀ ਹੈ ਸੱਟ ਮਾਰੀ ਹੈਗੀ ਹੈ। ਇਹ ਸਾਰੇ ਇਸ ਕਰਕੇ ਮਤਲਬ ਹੁਣ ਕੀ ਨਤੀਜੇ ਆਉਂਦੇ ਆ ਸਾਹਮਣੇ ਉਹਦੇ ਤੋਂ ਪਤਾ ਲੱਗੇਗਾ। ਪਰ ਜਿਸ ਤਰ੍ਹਾਂ ਮਾਝੇ 'ਚ ਵੀ ਵੋਟਿੰਗ ਘੱਟ ਹੋਈ ਹੈ, ਬਾਕੀ ਵੀ ਜਿਹੜੇ ਹੋਰ ਸ਼ਹਿਰੀ ਹਲਕਿਆਂ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ, ਉਹਦੇ ਤੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਅਸਰ ਵੀ ਬਾਅਦ ਵਿੱਚ ਜਦੋਂ ਐਨਾਲਿਸਿਸ ਹੋਏਗਾ, ਜਦੋਂ ਨਤੀਜੇ ਆ ਜਾਣਗੇ ਤਾਂ ਜ਼ਰੂਰ ਉਹ ਸਾਹਮਣੇ ਆਏਗਾ ਕਿ ਇਹਨਾਂ ਗੱਲਾਂ ਨੇ ਕਿੰਨਾ ਕੁ ਅਸਰ ਪਾਇਆ। ਹੁਣ ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਐਗਜ਼ਿਟ ਪੋਲ ਦੀ, ਐਗਜ਼ਿਟ ਪੋਲ ਜਿਹੜੇ ਆ 4 ਐਗਜ਼ਿਟ ਪੋਲ ਆਏ ਆ, ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਚੋਣ ਸਰਵੇਖਣਾਂ ਬਾਰੇ ਵੀ ਗੱਲ ਆਪਾਂ ਕਰਦੇ ਰਹੇ, ਇੰਨੇ ਚੋਣ ਸਰਵੇਖਣ ਹੋਏ ਆ, ਤੇ ਪਹਿਲਾਂ ਵੀ ਚੋਣ ਸਰਵੇਖਣਾਂ ਦੀ ਜਿਹੜੀ ਭਰੋਸੇਯੋਗਤਾ ਬਾਰੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਜਾਂ ਪ੍ਰਸ਼ਨ ਚਿੰਨ੍ਹ ਲੱਗਦੇ ਆ ਕਿ ਜਿਹੜੇ ਉਹ ਲੈ ਜਾਂਦੇ ਓਪੀਨੀਅਨ ਪੋਲ ਹੁੰਦੇ ਆ ਆਮ ਤੌਰ ਤੇ ਜਾਂ ਸਰਵੇਖਣ ਹੁੰਦੇ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਮੈਨੇਜਡ ਹੀ ਹੁੰਦੇ ਆ, ਔਰ ਉਹ ਉਹਨਾਂ ਦੀ ਜਿਹੜੀ ਭਰੋਸੇਯੋਗਤਾ ਉਹਦੇ ਬਾਰੇ ਲੋਕਾਂ ਨੂੰ ਸ਼ੰਕੇ ਵੀ ਰਹਿੰਦੇ ਆ। ਤੇ ਹੁਣ ਇਸ ਤਰ੍ਹਾਂ ਹੀ ਹਾਲਤ ਐਗਜ਼ਿਟ ਪੋਲ ਦੀ ਹੈ। ਬੇਸ਼ੱਕ ਸਰਵੇਖਣ ਜਿਹੜੇ ਓਪੀਨੀਅਨ ਪੋਲ ਹੈ ਔਰ ਜਿਹੜੇ ਇਹ ਸਰਵੇਖਣ, ਇਹਨਾਂ 'ਚ ਫਰਕ ਹੈਗਾ ਐਗਜ਼ਿਟ ਪੋਲ 'ਚ, ਕਿਉਂਕਿ ਇਹ ਤਾਂ ਜਦੋਂ ਲੋਕ ਵੋਟ ਪਾ ਕੇ ਆਉਂਦੇ ਆ ਉਸ ਤੋਂ ਬਾਅਦ ਲੋਕਾਂ ਤੋਂ ਤੁਸੀਂ ਕੀਤੇ ਜਾਂਦੇ, ਤੇ ਪਹਿਲੇ ਜਿਹੜੇ ਸਰਵੇਖਣ ਹੁੰਦੇ ਆ ਉਹਨਾਂ 'ਚ ਬਦਲਾਅ ਦੀ ਸੰਭਾਵਨਾ ਹੁੰਦੀ, ਇਹਦੇ 'ਚ ਘੱਟ ਹੁੰਦੀ ਹੈ। ਪਰ ਇਹਦੇ ਵਿੱਚ ਵੀ ਨਤੀਜੇ ਕੋਈ ਬਹੁਤੇ ਵੱਖਰੇ ਨਹੀਂ ਹੈ। ਜਿਹੜੇ ਸਰਵੇਖਣਾਂ 'ਚ ਖਾਸ ਕਰਕੇ ਜਿਹੜਾ ਡਿਜ਼ਾਈਨਡ ਬਾਕਸ ਦਾ ਸਰਵੇ ਆਇਆ ਸੀ ਜੀ ਨਿਊਜ਼ ਵਾਲਿਆਂ ਦਾ, ਉਹਦੇ ਵੀ ਜਿਹੜੇ ਨਤੀਜੇ ਸੀਗੇ ਉਹ ਵੀ ਹੰਗ ਅਸੈਂਬਲੀ ਦੇ ਸੀ, ਤੇ ਇਹ ਵੀ ਜਿਹੜੇ ਨਤੀਜੇ ਜਿਹੜੇ ਇਹ ਆਏ ਐਗਜ਼ਿਟ ਪੋਲ ਹੈਗੇ ਆ, ਚਾਹੇ ਉਹ ABVP ਦਾ, ਚਾਹੇ ਸੀ ਵੋਟਰ ਇੱਕੋ ਇੱਕ ਹੈਗਾ ਜਿੰਦਾ ਐਗਜ਼ਿਟ ਪੋਲ ਹੈ, ਉਹ ਇਹ ਗੱਲ ਕਹਿੰਦਾ ਹੈ ਕਿ ਜੀ ਇਹ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਿੱਧੀ ਸਰਕਾਰ ਬਣ ਰਹੀ ਹੈ, ਤੇ ਦੂਸਰੀ ਇਹ ਥਾਂ ਤੇ ਜਿਹੜੀ ਕਾਂਗਰਸ ਨੂੰ 45 ਕੁ ਸੀਟਾਂ ਦਿੰਦੇ ਆ, ਤੇ ਬਾਕੀਆਂ ਨੂੰ ਸਾਰਾ ਇਹ ਕਹਿੰਦੇ ਆ ਕਿ ਜੀ ਉਹ 9 ਕੁ ਸੀਟਾਂ ਦਿੰਦੇ ਆ, ਅਕਾਲੀ ਦਲ ਤੇ ਦੂਸਰੀਆਂ ਸਾਰੀਆਂ ਪਾਰਟੀਆਂ। ਸੋ ਇਸ ਕਰਕੇ ਦੂਜੇ ਵੀ ਜਿਹੜੇ ਹੈਗੇ ਆ ਉਹ 55 ਇੱਕ ਸਰਵੇ ਜਿਹੜਾ ਹੈਗਾ ਉਹ 55 ਦਿੰਦਾ ਹੈਗਾ, 55 ਦੋਨਾਂ ਦਿੰਦਾ, ਇੱਕ ਸਰਵੇ 54 ਦਿੰਦਾ, ਤੇ ਉਹ ਦੂਜੀਆਂ ਪਾਰਟੀਆਂ ਨੂੰ ਉਹ 9 ਜਾਂ ਕਿਸੇ ਨੂੰ 7 ਦਿੰਦੇ ਆ, ਜਿਹੜੀਆਂ ਬਾਕੀ ਪਾਰਟੀਆਂ ਬਾਈ। ਸੋ ਇਸ ਕਰਕੇ ਉਹਨਾਂ ਬਾਰੇ ਵੀ ਕਈ ਤਰ੍ਹਾਂ ਦੇ ਜਿਹੜੇ ਭਰੋਸੇਯੋਗਤਾ ਬਾਰੇ ਪ੍ਰਸ਼ਨ ਚਿੰਨ੍ਹ ਹੈਗੇ ਆ। ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜੀ ਹੰਗ ਅਸੈਂਬਲੀ ਦੀ ਗੱਲ ਹੈ ਉਹ ਬਾਰ-ਬਾਰ ਆ ਰਹੀ ਹੈ, ਕਿਉਂਕਿ ਇੱਕ ਤਾਂ ਇਸ ਵਾਰ ਜਿਹੜੀਆਂ ਧਿਰਾਂ ਇੰਨੀਆਂ ਜ਼ਿਆਦਾ ਇਨਵੋਲਵ ਸੀਗੀਆਂ ਕਿ ਕਿਸੇ ਨੂੰ ਵੀ ਜਿਹੜੀ ਠੀਕ ਜਿਹੜੀ ਹੈ ਸਥਿਤੀ ਉਹ
ਜਿੰਨੀ ਦੇਰ ਨਤੀਜੇ ਸਾਹਮਣੇ ਨਹੀਂ ਆਉਂਦੇ ਉਨੀ ਦੇਰ ਪਤਾ ਨਹੀਂ ਲੱਗ ਸਕਦੀ, ਕਿਉਂਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਉਹਦੀ ਵੀ ਇੱਕ ਆਪਣੀ ਵੱਖਰੀ ਜਿਹੜੀ ਭੂਮਿਕਾ ਇਹਦੇ 'ਚ ਰਹੀ ਹੈ। ਹੁਣ ਜਿਸ ਤਰ੍ਹਾਂ ਆਖਰੀ ਵੇਲੇ ਆਣ ਕੇ ਦੀਪ ਸਿੱਧੂ ਦੀ ਜਿਸ ਤਰ੍ਹਾਂ ਅਚਾਨਕ ਹਾਦਸੇ 'ਚ ਮੌਤ ਹੁੰਦੀ ਹੈ, ਔਰ ਉਸ ਤੋਂ ਬਾਅਦ ਜਿਹੜਾ ਉਸ ਤੋਂ ਪਹਿਲਾਂ ਜਿੰਨਾ ਉਹਨੇ ਆਪਣੇ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਹੱਕ 'ਚ ਪ੍ਰਚਾਰ ਕੀਤਾ ਸੀ, ਤਾਂ ਜਿਸ ਢੰਗ ਨਾਲ ਉਹਨੇ ਇੱਕ ਹੱਥ 'ਚ ਕਿਰਪਾਨ ਲੈ ਕੇ ਤੇ ਇੱਕ ਹੱਥ 'ਚ ਝਾੜੂ ਲੈ ਕੇ ਉਹ ਸਾਰਾ ਉਹਨੇ ਫੋਟੋ ਖਿਚਵਾਈ, ਔਰ ਬਕਾਇਦਾ ਉਹਨੇ ਇਸ ਗੱਲ ਦਾ ਸੱਦਾ ਦਿੱਤਾ ਕਿ ਸਾਡੇ ਗੁਰੂਆਂ ਨੇ ਸਾਨੂੰ ਜਿਹੜੀ ਹੈ ਕਿਰਪਾਨ ਸੌਂਪੀ ਹੈ ਕਿ ਜੇ ਬੇਇਨਸਾਫੀ ਦੇ ਖਿਲਾਫ ਲੜਨ ਲਈ ਸਾਨੂੰ ਕਿਰਪਾਨ ਚੁੱਕਣੀ ਚਾਹੀਦੀ ਹੈ, ਤੇ ਝਾੜੂ ਨਾਲ ਨਹੀਂ ਕੁਝ ਵੀ ਹੋ ਸਕਦਾ। ਉਹਨੇ ਝਾੜੂ ਉੱਥੇ ਸੁੱਟ ਵੀ ਦਿੱਤਾ, ਜਿਹੜਾ ਉਹਨੇ ਸਿੰਬੋਲਾਈਜ਼ ਕੀਤਾ ਸਾਰੀ ਜਿਹੜੀ ਸਿਆਸੀ ਮੁਹਿੰਮ ਚੱਲ ਰਹੀ ਸੀ ਉਹਨੂੰ। ਤਾਂ ਸੋ ਇਸ ਕਰਕੇ ਉਸ ਦਾ ਵੀ ਅਸਰ ਪਿਆ। ਇਹ ਸਾਰਾ ਜਿਹੜਾ ਹੈਗਾ ਸਾਹਿਬ ਇੱਕ ਗੱਲ ਮਤਲਬ ਮੈਂ ਹੋਰ ਕਹਿਣੀ ਚਾਹੁੰਦਾ, ਜਿਵੇਂ ਮਾਝੇ ਦੇ ਵਿੱਚ ਵੋਟ ਪਰਸੈਂਟ ਘੱਟ ਪਈ ਹੈ ਤੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ, ਇਹ ਜਿਹੜੀ ਵੋਟ ਪਰਸੈਂਟ ਘੱਟ ਪੈਣਾ ਜਿਹੜਾ ਮਾਝੇ ਦੇ ਵਿੱਚ ਆਪ ਵੱਲ ਦਾ ਰੁਝਾਨ ਕੁਝ ਦੱਸਿਆ ਜਾਂਦਾ ਸੀਗਾ, ਮੈਨੂੰ ਲੱਗਦਾ ਕਿ ਉਸ ਰੁਝਾਨ ਨੂੰ ਵੀ ਮੇਰਾ ਖਿਆਲ ਖੋਰਾ ਲੱਗਿਆ ਹੋਏਗਾ। ਨਹੀਂ, ਉਹ ਤਾਂ ਰੁਝਾਨ ਫਿਰ ਜੰਮੇ ਜਿੱਦਾਂ ਦੀ ਵੋਟ ਘੱਟ ਹੋਈ ਪਈ ਆ ਉਹਦੇ 'ਚ ਤਾਂ ਨਜ਼ਰ ਨਹੀਂ ਆਉਂਦਾ। ਔਰ ਵੈਸੇ ਵੀ ਜਿਹੜੀ ਹੁਣ ਅੰਮ੍ਰਿਤਸਰ ਪੂਰਬੀ ਦੀ ਸੀਟ ਬਾਰੇ ਮੈਂ ਹੁਣੇ ਸੁਣ ਰਿਹਾ ਸੀ ਖਬਰਾਂ, ਤਾਂ ਉਹ ਗੁਰਮੀਤ ਔਜਲਾ ਹੋਣੀ ਹੈ ਜਿਹੜੇ ਉੱਥੋਂ ਦੇ ਸੰਸਦ ਮੈਂਬਰ, ਉਹਨਾਂ ਦਾ ਬਿਆਨ ਆਇਆ। ਉਹ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਹੋਣੀ ਹਲਕੇ 'ਚ ਮਿਲੇ ਨਹੀਂ, ਲੋਕਾਂ ਦੀ ਉਹਨਾਂ ਪ੍ਰਤੀ ਨਾਰਾਜ਼ਗੀ ਹੈਗੀ ਹੈ। ਬੇਸ਼ੱਕ ਉਹ ਇਹ ਗੱਲ ਨੂੰ ਥੋੜਾ ਜਿਹਾ ਕਿਉਂਕਿ ਪਾਰਟੀ ਦੇ ਉਹ ਵੀ ਹੈਗੇ ਆ ਲੋਕ ਸੰਸਦ ਮੈਂਬਰ, ਇਸ ਕਰਕੇ ਉਹਨਾਂ ਨੇ ਕਿ ਜੀ ਉਹ ਨੈਸ਼ਨਲ ਲੈਵਲ ਦੇ ਲੀਡਰ ਹੈ, ਇਸ ਕਰਕੇ ਬਹੁਤਾ ਸਮਾਂ ਨਹੀਂ ਦੇ ਸਕੇ, ਪਰ ਲੋਕਾਂ ਦੀ ਉਹਨਾਂ ਨਾਲ ਨਾਰਾਜ਼ਗੀ ਬੜੀ ਹੈ। ਤੇ ਜੇ ਉਹ ਇੱਕ ਨਾਰਾਜ਼ਗੀ ਬੜੀ ਹੈ, ਇੱਕ ਉੱਥੇ ਵੋਟ ਵੀ ਘੱਟ ਪੋਲ ਹੋਈ ਹੈ, ਮਤਲਬ ਇਹ ਸਥਿਤੀ ਕਿਸ ਤਰ੍ਹਾਂ ਦਾ ਉੱਥੋਂ ਵੀ ਨਤੀਜਾ ਆਏਗਾ ਜਾਂ ਬਾਕੀ ਦੇ ਸ਼ਹਿਰ 'ਚ ਵੀ। ਹੁਣ ਜਿਵੇਂ ਕੁੰਵਰ ਵਿਜੇ ਪ੍ਰਤਾਪ ਨੇ ਕਹਿਣਾ ਸ਼ੁਰੂ ਕਰਤਾ ਕਿ ਮਤਲਬ ਇੱਥੇ ਗੜਬੜ ਹੋਈ ਹੈ। ਸੋ ਇਸ ਕਰਕੇ ਕਈ ਜਿਹੜੇ ਫੈਕਟਰ ਹੈ ਕਿ ਜਿਹੜੇ ਹੁਣੇ ਆ ਰਹੇ ਆ, ਔਰ ਉਹਨਾਂ ਤੋਂ ਲੱਗਦਾ ਹੈ ਕਿ ਉੱਥੇ ਜਿਹੜੀ ਜਿਸ ਤਰ੍ਹਾਂ ਦੀਆਂ ਆਸਾਂ ਸੀਗੀਆਂ ਜਿਹੜੀ ਪਾਰਟੀ ਨੂੰ, ਉਸ ਤਰ੍ਹਾਂ ਦੇ ਸ਼ਾਇਦ ਨਤੀਜੇ ਨਹੀਂ ਆ ਰਹੇ ਜਿਸ ਤਰ੍ਹਾਂ ਤੁਸੀਂ ਘੱਟ ਵੋਟ ਦੀ ਗੱਲ ਕਰ ਰਹੇ ਹੈਗੇ ਆ। ਤਾਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਕੰਸਟੀਚੁਐਂਸੀ ਹੈ ਪੂਰਬੀ ਅੰਮ੍ਰਿਤਸਰ, ਜਿਹੜੀ ਗੁਰਮੀਤ ਸਿੰਘ ਔਜਲਾ ਨਾਲ ਗੱਲ ਕਹੀ, ਉਹਦੇ ਤੋਂ ਲੱਗਦਾ ਹੈ ਕਿ ਉਹਦੇ ਤੇ ਵੀ ਕਈ ਤਰ੍ਹਾਂ ਦੇ ਜਿਹੜੀਆਂ ਸ਼ੰਕਾਵਾਂ ਹੈਗੀਆਂ ਜਿਹੜੇ ਪਾਰਟੀ ਦੇ ਲੀਡਰ ਹੈ ਉਹਨਾਂ ਦੇ ਮਨਾਂ 'ਚ। ਸੋ ਚਲੋ ਇਹ ਤਾਂ ਹੁਣ ਜਿਹੜੀ ਕਲੈਰਿਟੀ ਹੈ ਇਹਦੇ ਬਾਰੇ ਤਾਂ 10 ਤਰੀਕ ਜਿੱਦਣ ਨਤੀਜੇ ਆ ਜਾਣਗੇ ਉਸ ਦਿਨ ਹੀ ਪਤਾ ਲੱਗੇਗਾ। ਪਰ ਹੁਣ ਇਹ ਨਾ ਜਿਹੜੀ ਵੋਟ ਘੱਟ ਪੈਣ ਨਾਲ ਕਈ ਤਰ੍ਹਾਂ ਦੇ ਕੈਫੇ ਸ਼ੁਰੂ ਹੋ ਗਏ ਆ। ਨਹੀਂ, ਉਹ ਤਾਂ ਜੰਮੂ ਜੀ ਬੜੀ ਸਪਸ਼ਟ ਹੈ ਨਾ ਕਿ ਘੱਟ ਜਦੋਂ ਵੋਟ ਪਈ ਹੈ ਕਿ ਲੋਕ ਉਪਰਾਮ ਨੇ, ਲੋਕ ਪੋਲੀਟੀਕਲ ਪਾਰਟੀਆਂ ਤੋਂ ਦੁਖੀ ਨੇ, ਤੇ ਲੋਕ ਵੋਟ ਪਾਉਣ ਨਹੀਂ ਨਿਕਲੇ ਉਸ ਟਾਈਮ ਨਾਲ ਬਾਹਰ। ਔਰ ਸ਼ਹਿਰਾਂ ਦੀ ਵੋਟ ਦੀ ਜਿਹੜੀ ਗੱਲ ਹੈ, ਸ਼ਹਿਰ ਤਾਂ ਪਹਿਲਾਂ ਵੀ ਇਹ ਆਉਂਦਾ ਹੀ ਰਿਹਾ ਕਿ ਸ਼ਹਿਰੀ ਵੋਟ ਜਿਹੜੀ ਹੈ ਘੱਟ ਭੁਗਤਦੀ ਹੈਗੀ ਹੈ, ਬਜਾਏ ਪੇਂਡੂ ਵੋਟ ਜਿਹੜੀ ਹੈ ਕੰਪੈਰੀਟਿਵ ਜ਼ਿਆਦਾ ਭੁਗਤਦੀ ਹੈ। ਤੇ ਜਿਹੜੀ ਹਵਾ ਅਸੀਂ ਪਹਿਲਾਂ ਦੇਖਦੇ ਸੀਗੇ ਜਿਹੜੀ ਵੋਟਾਂ ਪਾਉਣ ਤੋਂ, ਉਹ ਹਵਾ ਕਿਤੇ ਨਜ਼ਰ ਬਾਅਦ ਵਿੱਚ ਵੋਟਾਂ ਦੇ ਵੇਲੇ ਜਿਹੜੀ ਕਿਤੋਂ ਵੀ ਰਿਪੋਰਟ ਵੀ ਨਹੀਂ ਹੋਈ, ਨਜ਼ਰ ਵੀ ਨਹੀਂ ਆਈ। ਕੁਛ ਹਲਕਿਆਂ 'ਚ ਹੈਗਾ, ਜਿਸ ਤਰ੍ਹਾਂ ਮੁਕਤਸਰ 'ਚ ਬਹੁਤ ਉਤਸ਼ਾਹ ਨਾਲ ਲੋਕਾਂ ਨੇ ਵੋਟਾਂ ਪਾਈਆਂ, ਬਠਿੰਡੇ ਦੀ ਗੱਲ ਆਉਂਦੀ ਹੈ, ਮਾਨਸੇ ਦੀ ਆਉਂਦੀ ਹੈ, ਬਰਨਾਲਾ ਸੰਗਰੂਰ ਦੀ ਆਉਂਦੀ ਹੈ। ਇਹਨਾਂ ਸਥਿਤੀਆਂ 'ਚ ਹੈਗੀ ਹੈ। ਔਰ ਕਿ ਉੱਥੇ ਹੁਣ ਡੇਰੇ ਦਾ ਕਿੰਨਾ ਅਸਰ ਪੈਂਦਾ ਹੈਗਾ, ਇਹ ਬੀਜੇਪੀ ਨੂੰ ਉਹਦਾ ਕਿੰਨਾ ਫਾਇਦਾ ਹੁੰਦਾ, ਅਕਾਲੀ ਦਲ ਨੂੰ ਕਿੰਨਾ ਫਾਇਦਾ ਹੁੰਦਾ, ਇਹ ਤਾਂ ਸਾਰਾ ਦੇਖਣ ਵਾਲੀ ਗੱਲ ਹੈ। ਜਦੋਂ ਨਤੀਜੇ ਆਉਣਗੇ ਫੇਰ ਹੀ ਪਤਾ ਲੱਗੇਗਾ। ਪਰ ਇਹਨਾਂ ਜਿਹੜੇ ਇਹ ਫੈਕਟਰ ਹੈਗੇ ਆ, ਇਹ ਰੋਲ ਆਪਣਾ ਜ਼ਰੂਰ ਪਲੇ ਕਰਨਗੇ। ਜਿਹੜੇ ਪਹਿਲਾਂ ਐਕਸਪੈਕਟਡ ਨਤੀਜੇ ਸੀ ਉਹਨਾਂ ਤੋਂ ਵੱਖਰੇ ਨਤੀਜੇ ਹੋਣ ਦੇ ਅਨੁਮਾਨ ਜ਼ਿਆਦਾ ਹੈ। ਕਈ ਹਲਕਿਆਂ ਦੇ ਨਤੀਜੇ ਤਾਂ ਮੇਰੇ ਖਿਆਲ ਕੁਝ ਦੇ ਇਹ ਜਿਹੜੇ ਪੈਸੇ ਦੇ ਤੇ ਨਸ਼ਿਆਂ ਦੇ ਉਹਦੇ ਨਾਲ ਵੀ ਬਦਲਣ ਦੀ ਸੰਭਾਵਨਾ ਕਹੀ ਜਾ ਰਹੀ ਹੈ ਕਹਿੰਦੇ। ਉਹ ਤਾਂ ਜੰਮੂ ਜੀ ਦੇਖੋ ਇੱਕ ਹਰ ਇੱਕ ਥਾਂ ਤੇ ਹੁੰਦਾ, ਜਿੱਥੇ ਜਦੋਂ ਲਾਲਚ ਦਿੱਤੇ ਜਾਂਦੇ ਆ ਉੱਥੇ ਕੁਛ ਹਿੱਸਾ ਹੁੰਦਾ ਹੈ ਜਿਹੜਾ ਬਦਲ ਜਾਂਦੇ। ਪਰ ਹੁਣ ਵੋਟਰ ਪਹਿਲਾਂ ਨਾਲੋਂ ਬਹੁਤ ਸਿਆਣਾ ਹੋਇਆ, ਖੁਦ ਮੁਖਤਾਰ ਵੀ ਹੋਇਆ ਹੈ। ਔਰ ਜਿਸ ਢੰਗ ਨਾਲ ਪਹਿਲਾਂ ਆਮ ਤੌਰ ਤੇ ਪਰਚੀਆਂ ਪਾਰਟੀਆਂ ਵੱਲੋਂ ਵੰਡੀਆਂ ਜਾਂਦੀਆਂ ਸੀ, ਉਹਨਾਂ ਚੋਣ ਕਮਿਸ਼ਨ ਵੱਲੋਂ ਹੀ ਕੰਮ ਕੀਤਾ ਜਾਂਦਾ, ਉਹਦਾ ਵੀ ਫਰਕ ਪਿਆ ਕਿ ਜਿੱਥੇ ਕੁਛ ਸੱਜਣਾਂ ਨਾਲ ਮੇਰੀ ਵੀ ਗੱਲ ਹੋਈ ਹੈ, ਉਹ ਕਹਿੰਦੇ ਜੀ ਕਿ ਜਿਹੜੇ ਆਪ ਦੇ ਵੋਟਰ ਸੀਗੇ ਇਹ ਜ਼ਰੂਰ ਇਹ ਕਹਿ ਰਹੇ ਸੀਗੇ ਕਿ ਲੈ ਵੀ ਅਸੀਂ ਆਪ ਨੂੰ ਵੋਟ ਪਾ ਰਹੇ ਹਾਂ, ਅਸੀਂ ਆਪ ਨੂੰ ਵੋਟ ਪਾ ਰਹੇ ਹਾਂ। ਪਰ ਜਿਹੜੇ ਦੂਜਾ ਆਮ ਵੋਟਰ ਆ ਰਿਹਾ ਸੀ, ਉਹ ਕਹਿੰਦਾ ਜੀ ਕਿ ਚੁੱਪ ਕਰਕੇ ਆਉਂਦਾ ਸੀ ਤੇ ਵੋਟ ਪਾ ਕੇ ਚਲਾ ਜਾਂਦਾ ਸੀ। ਪਰ ਇੱਕ ਗੱਲ ਜਮਾ ਹੀ ਜ਼ਰੂਰ ਹੈ ਕਿ ਇੰਟਰਸਟਿੰਗ ਹੈ ਕਿ ਕਈ ਪਿੰਡਾਂ ਦੀ ਜਿਹੜੀ ਆ ਰਿਪੋਰਟ ਹੈ ਕਿ ਉਹਨਾਂ ਨੇ ਇਕੱਠਿਆਂ ਬਹਿ ਕੇ ਕੈਂਪ ਲਾਏ ਤੇ ਇੱਕੋ ਥਾਂ ਤੇ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਝੰਡੇ ਜਿੰਦੇ ਹਮਾਇਤੀ ਸੀ ਉਹ ਲਾਏ। ਇਹ ਬੜੀ ਚੰਗੀ ਗੱਲ ਹੈਗੀ ਹੈ ਕਿ ਜਿਹਦੇ ਨਾਲ ਸਦਭਾਵਨਾ ਵਾਲਾ ਮਾਹੌਲ ਪਿੰਡ 'ਚ ਬਣਿਆ ਰਹਿੰਦਾ। ਹੁਣ ਨਹੀਂ ਤੇ ਕਈ ਪਿੰਡਾਂ ਤੋਂ ਟਕਰਾਅ ਵੀ ਬਣਦੀਆਂ ਰਿਪੋਰਟਾਂ ਆ ਰਹੀਆਂ, ਇੱਧਰ ਫਰੀਦਕੋਟ ਦੇ 2-3 ਪਿੰਡਾਂ ਤੋਂ। ਸੋ ਇਸ ਕਰਕੇ ਮਤਲਬ ਉਹ ਇੱਕ ਸਥਿਤੀ ਜਿਹੜੀ ਹੈ ਇਸ ਪੱਖ ਤੋਂ ਠੀਕ ਲੱਗਦਾ ਹੈ ਕਿ ਵੀ ਇਹ ਰੁਝਾਨ ਜਿਹੜਾ ਇਹ ਠੀਕ ਹੈਗਾ। ਹੁਣ ਜਿਸ ਤਰ੍ਹਾਂ
ਗੁਰਦਾਸਪੁਰ ਪਠਾਨਕੋਟ ਦਾ ਜਿਹੜਾ ਹੋਇਆ ਦਾ ਇੱਕ ਪਿੰਡ ਹੈਗਾ ਮਕੌੜ ਪੱਤਨ, ਜਿਹੜਾ ਉੱਥੋਂ ਦੇ ਹਾਂਜੀ 7 ਹਾਂਜੀ ਪਿੰਡਾਂ ਨੇ ਮਤਲਬ ਬਾਈਕਾਟ ਹੀ ਕੀਤਾ ਵੋਟਾਂ ਦਾ। ਉਹ ਹਾਂ, ਕਹਿੰਦੇ ਉਹਨਾਂ ਨੇ ਸਾਡਾ ਵੋਟਾਂ ਹੀ ਨਹੀਂ ਪਾਈਆਂ, ਉਹਨਾਂ ਨੇ ਤਾਂ ਵੋਟਾਂ ਹੀ ਨਹੀਂ ਕਹਿਣਾ ਪਾਈਆਂ। ਵੀ ਸਾਡੇ ਜਿੰਨਾ ਚਿਰ ਤੁਸੀਂ ਪੁਲ ਦਾ ਪੱਕਾ ਪ੍ਰਬੰਧ ਨਹੀਂ ਕਰਦੇ ਉਹਨਾਂ ਚਿਰ ਅਸੀਂ ਨਹੀਂ ਵੋਟਾਂ ਅਸੀਂ ਪਾਉਂਦੇ। ਵੋਟਾਂ 'ਚ ਹਿੱਸਾ ਹੀ ਨਹੀਂ ਲੈਣਾ। ਸੋ ਇਸ ਕਰਕੇ ਮਤਲਬ ਆਪੋ ਆਪਣੇ ਢੰਗ ਨਾਲ ਲੋਕਾਂ ਨੇ ਆਪੋ ਆਪਣਾ ਜਿਹੜਾ ਰੋਸ ਸੀਗਾ ਉਹਨੂੰ ਪ੍ਰਗਟਾਇਆ ਹੈਗਾ, ਵੋਟਾਂ ਨਾ ਪਾ ਕੇ ਜਾਂ ਵੋਟਾਂ ਘੱਟ ਪਾ ਕੇ, ਜਾਂ ਜਿਸ ਤਰ੍ਹਾਂ ਵੱਖ-ਵੱਖ ਥਾਵਾਂ ਤੋਂ ਹੋਰ ਵੀ ਰਿਪੋਰਟਾਂ ਏਦਾਂ ਦੀਆਂ ਹੈਗੀਆਂ ਕਿ ਵੀ ਕਈਆਂ ਥਾਵਾਂ ਤੇ ਜਿਸ ਤਰ੍ਹਾਂ ਟਕਰਾਅ ਵੀ ਹੋਏ ਹੈਗੇ ਆ। ਪਰ ਕੁੱਲ ਮਿਲਾ ਕੇ ਇਹ ਹੈ ਕਿ ਜੰਮੂ ਜੀ ਕਿ ਜਿਹੜਾ ਸਾਰਾ ਜਿਹੜਾ ਚੋਣ ਅਮਲ ਸੀਗਾ ਉਹ ਬੜੇ ਸ਼ਾਂਤੀਪੂਰਨ ਢੰਗ ਨਾਲ ਇੱਕਾ ਦੁੱਕਾ ਘਟਨਾਵਾਂ ਨੂੰ ਰਹਿ ਕੇ ਉਹ ਲੰਘਿਆ ਹੈਗਾ। ਇਸ ਲਈ ਤਾਂ ਪੰਜਾਬ ਦੇ ਲੋਕ ਵੀ ਬੜੇ ਵਧਾਈ ਦੇ ਹੱਕਦਾਰ ਹੈ, ਪੰਜਾਬ ਦੇ ਵੋਟਰ ਵਧਾਈ ਦੇ ਹੱਕਦਾਰ ਹੈ, ਔਰ ਇਹਦੇ ਲਈ ਰਾਜਸੀ ਪਾਰਟੀਆਂ ਵੀ, ਪ੍ਰਸ਼ਾਸਨ ਵੀ ਜਿਹੜਾ ਵਧਾਈ ਦਾ ਹੱਕਦਾਰ ਹੈ ਕਿ ਸਾਰਾ ਕੁਝ ਠੀਕ ਠਾਕ ਨਾਲ ਜਿਸ ਤਰ੍ਹਾਂ ਦਾ ਲੱਗਦਾ ਸੀਗਾ ਕਿ ਇਹ ਟੈਨਸ਼ਨ ਜ਼ਿਆਦਾ ਵੀ ਵੱਧ ਰਹੀ ਹੈ, ਤਾਂ ਉਹ ਸਾਰੇ ਦੇ ਵਿੱਚ ਇਹ ਸਾਰਾ ਕੁਝ ਹੋਣਾ ਇੱਕ ਬੜਾ ਸ਼ੁਭ ਸ਼ਗਨ ਹੈਗਾ ਤੇ ਇਹ ਚੰਗੀ ਗੱਲ ਹੈ। ਜਨ ਸਾਹਿਬ, ਇਸ ਦੇ ਨਾਲ ਹੀ ਯੂਪੀ ਦੇ ਜਿਹੜਾ ਪੂਰਬੀ ਯੂਪੀ ਜਿੱਧਰ ਅੱਗੇ ਵੋਟਾਂ ਪੈਣੀਆਂ, ਉੱਥੋਂ ਦੀਆਂ ਕੁਝ ਰਿਪੋਰਟਾਂ ਆ ਰਹੀਆਂ ਨੇ ਕਿ ਉੱਥੇ ਜਿਹੜਾ ਅਵਾਰਾ ਪਸ਼ੂਆਂ ਦਾ ਮੁੱਦਾ ਜਿਹੜਾ ਬੜਾ ਵੱਡੇ ਪੱਧਰ ਤੇ ਬਣਿਆ ਹੋਇਆ ਹੈ, ਤੇ ਜਿਹੜੇ ਕਿਸਾਨ ਹੈ ਜਿਨ੍ਹਾਂ ਨੇ ਪਿਛਲੀ ਵਾਰੀ ਬੀਜੇਪੀ ਨੂੰ ਵੋਟਾਂ ਪਾਈਆਂ ਸੀਗੀਆਂ, ਉਹਨਾਂ ਦੇ ਵੱਖ-ਵੱਖ ਥਾਵਾਂ ਦੀ ਇਹੀ ਚਰਚਾ ਹੈ ਵੀ ਉਹ ਅਵਾਰਾ ਪਸ਼ੂਆਂ ਤੋਂ ਇੰਨਾ ਜ਼ਿਆਦਾ ਸਤਾਏ ਗਏ ਹੈ। ਉਹ ਕਹਿੰਦੇ ਵੀ ਅਸੀਂ ਇਸ ਵਾਰੀ ਵੋਟ ਜਿਹੜੀ ਹੈ ਸਮਾਜਵਾਦੀ ਪਾਰਟੀ ਨੂੰ ਪਾਵਾਂਗੇ, ਬੀਜੇਪੀ ਨੂੰ ਨਹੀਂ ਪਾਵਾਂਗੇ। ਇਹ ਕਿਸ ਤਰੀਕੇ ਨਾਲ ਦੇਖ ਰਹੇ ਹੋ? ਤੇ ਇਸ ਦੇ ਨਾਲ ਹੀ ਜਿਹੜੇ ਪੰਜਾਬ ਦੇ ਸਾਬਕਾ ਪ੍ਰਧਾਨ ਨੇ ਕਾਂਗਰਸ ਦੇ, ਸੁਨੀਲ ਜਾਖੜ, ਉਹਨਾਂ ਬਿਆਨ ਦਿੱਤਾ ਕਿ ਜੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਜੇ ਸੰਯੁਕਤ ਸਮਾਜ ਮੋਰਚਾ ਬਿਨਾਂ ਤਿਆਰੀ ਤੋਂ ਉਤਰਿਆ ਸੀਗਾ ਤੇ ਇਹਦਾ ਜਿਹੜਾ ਨਤੀਜਾ ਕੋਈ ਅੱਛਾ ਨਾ ਆਇਆ ਤਾਂ ਵੋਟਾਂ ਉਹਨਾਂ ਨੂੰ ਘੱਟ ਪਈਆਂ, ਤਾਂ ਕੇਂਦਰ ਸਰਕਾਰ ਦੁਬਾਰਾ ਫਿਰ ਕਿਸਾਨਾਂ ਦੇ ਖਿਲਾਫ ਜਿਹੜੇ ਉਹ 3 ਖੇਤੀ ਕਾਨੂੰਨ ਲਿਆ ਸਕਦੀ ਹੈ ਜਾਂ ਕਿਸਾਨਾਂ ਦੇ ਖਿਲਾਫ ਕੋਈ ਹੋਰ ਕਾਰਵਾਈ ਕਰ ਸਕਦੀ, ਕੁਝ ਹੋਰ ਕਦਮ ਚੁੱਕ ਸਕਦੀ। ਇਹ ਦੋਨੇ ਗੱਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਵੀ ਦੋਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਸਿਮਿਲੈਰਿਟੀ ਇਸ ਕਰਕੇ ਹੋਏਗੀ ਕਿ ਪੰਜਾਬ ਦਾ ਕਿਸਾਨ ਵੀ ਅਜੇ ਦੁਖੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀਗਾ ਅਸੀਂ ਕਿਸਾਨੀ ਜਿਣਸਾਂ ਦੇ ਭਾਅ ਦੁੱਗਣੇ ਕਰ ਦਾਂਗੇ। ਉਹ ਦੁੱਗਣੇ ਤਾਂ ਕੀ ਹੋਣੇ, ਪਹਿਲਾਂ ਨਾਲੋਂ ਵੀ ਘਟ ਰਿਹਾ ਹੈ। ਤੇ ਯੂਪੀ ਦੀ ਜਿਹੜੀ ਲੇਟੈਸਟ ਸਥਿਤੀ ਹੈ, ਉਹ ਜਿਹੜੀ ਉਸ ਪਾਸੇ ਵੱਲ ਨੂੰ ਨਿਗਾਹ ਮਾਰੀਏ ਤਾਂ ਬੀਜੇਪੀ ਨੂੰ ਜਦੋਂ ਪਰੇਸ਼ਾਨੀਆਂ ਦੇ ਦੌਰ ਦੇ ਵਿੱਚ ਹੋਏਗੀ, ਮੇਰਾ ਨਹੀਂ ਖਿਆਲ ਵੱਡੀ ਕੋਈ ਕਾਰਵਾਈ ਕਰ ਸਕੇਗੀ। ਉਹ ਤੇ ਜੰਮੂ ਜੀ ਹੈ ਕਿ ਜਿਹੜੀ ਤਾਂ ਖੇਤੀ ਕਾਨੂੰਨਾਂ ਬਾਰੇ ਗੱਲ ਹੈਗੀ ਹੈ, ਉਹ ਤਾਂ ਪਹਿਲਾਂ ਵੀ ਗੱਲ ਕਿਸਾਨ ਸੰਘਰਸ਼ ਕਰ ਹੀ ਰਹੇ ਆ। ਕਿਸਾਨ ਆਪਣੀ ਐਜੀਟੇਸ਼ਨ ਉਹਨਾਂ ਨੇ ਬੰਦ ਨਹੀਂ ਕੀਤੀ। ਇਹ ਠੀਕ ਹਾਂਜੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਕੁਝ ਜਿਹੜੀਆਂ ਚੋਣਾਂ ਲੜਨ ਦੇ ਮੈਦਾਨ 'ਚ ਆ ਗਈਆਂ, ਜਿਨ੍ਹਾਂ ਨੇ ਪੋਲੀਟੀਕਲ ਪਾਰਟੀ ਬਣਾਈ, ਪਰ ਦੂਸਰੀਆਂ ਜਥੇਬੰਦੀਆਂ ਤਾਂ ਉਸ ਤਰ੍ਹਾਂ ਹੀ ਸੰਘਰਸ਼ ਕਰ ਰਹੀਆਂ। ਸੰਯੁਕਤ ਕਿਸਾਨ ਮੋਰਚਾ ਵੀ ਜਿਹੜਾ ਕੌਮੀ ਪੱਧਰ ਤੇ ਉਹ ਵੀ ਸੰਘਰਸ਼ ਕਰ ਰਿਹਾ। ਉਹ ਤਾਂ ਇਹ ਕਹਿ ਹੀ ਰਹੇ ਆ ਕਿ ਸਿਰਫ ਖੇਤੀ ਕਾਨੂੰਨ ਵਾਪਸ ਹੋਇਆ, ਬਾਕੀ ਸਾਡੀਆਂ ਜਿਹੜੀਆਂ 5 ਮੰਗਾਂ ਹੈ ਉਹ ਨਹੀਂ ਅਜੇ ਤੱਕ ਮੰਨੀਆਂ। ਨਾ MSP ਬਾਰੇ ਕੋਈ ਕਮੇਟੀ ਅੱਗੇ ਇਹਦੀ ਗੱਲ ਵਧੀ ਹੈ, ਨਾ ਬਿਜਲੀ ਬਾਰੇ, ਨਾ ਪਰਾਲੀ ਬਾਰੇ, ਨਾ ਜਿਹੜੇ ਆਪਣੇ ਲਖੀਮਪੁਰ ਵਿੱਚ ਕਿਸਾਨ ਮਾਰੇ ਗਏ ਸੀ ਉਹਨਾਂ ਦੇ, ਜਿਸ ਤਰ੍ਹਾਂ ਜਿਹੜਾ ਮੰਤਰੀ ਹੈਗਾ ਅਜੇ ਵੀ ਗ੍ਰਹਿ ਰਾਜ ਮੰਤਰੀ, ਉਹਨੂੰ ਬਰਖਾਸਤ ਨਹੀਂ ਕੀਤਾ ਗਿਆ। ਉਹ ਬਰਖਾਸਤ ਤੱਕ ਕੀ ਕਰਨਾ ਸੀ? ਉਹਦੇ ਮੁੰਡੇ ਨੂੰ ਜਿਸ ਢੰਗ ਨਾਲ ਹੁਣ ਜ਼ਮਾਨਤ ਮਿਲੀ ਹੈ ਹਾਂ, ਇਲਾਹਾਬਾਦ ਇਸ ਹਾਈ ਦੇ ਕੋਰਟ ਨਾਲ ਹੀ ਤੋਂ, ਇਹ ਵੀ ਖਬਰ ਉਹਦੇ ਅਹਿਮ ਹੈਗੀ ਹੈ ਪਰਿਵਾਰਾਂ ਨੇ ਬਕਾਇਦਾ ਕਿ ਸੁਪਰੀਮ ਕੋਰਟ ਉਹ ਜਿਹੜੇ ਉਹਦੇ ਮਾਰੇ ਗਏ ਸੀ ਕਿ ਕਿਸਾਨ, ਉਹ ਸੁਪਰੀਮ ਕੋਰਟ ਚ ਕੱਲ ਗਏ ਵੀ ਉਹਦੀ ਜਿਹੜੀ ਹੈ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ। ਉਹਨੇ ਉਹ ਤਾਂ ਗਏ ਹੋਏ, ਇਹੀ ਮੈਂ ਗੱਲ ਕਰਨ ਲੱਗਿਆ ਸੀਗਾ ਕਿ ਵੀ ਉਹ ਤਾਂ ਉੱਥੇ ਗਏ ਹੈਗੇ ਆ। ਔਰ ਹੁਣ ਜਿਹੜਾ ਚੌਥੇ ਪੜਾਅ ਦੀਆਂ ਚੋਣਾਂ, ਉਹ ਲਖੀਮਪੁਰ ਦਾ ਏਰੀਆ ਵੀ ਇਹਦੇ ਵਿੱਚ ਹੀ ਆਉਂਦਾ ਹੈਗਾ। ਜਿਹੜੀ ਗੱਲ ਤੁਸੀਂ ਕਹੀ ਆ ਅਵਾਰਾ ਪਸ਼ੂਆਂ ਦੀ, ਇਹ ਤਾਂ ਜਦੋਂ ਤੋਂ ਉੱਥੇ ਅਦਿੱਤਿਆ ਨਾਥ ਯੋਗੀ ਦੀ ਸਰਕਾਰ ਬਣੀ ਹੈਗੀ ਆ, ਉਸ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਪਾਲਿਸੀਜ਼ ਬਣਾਈਆਂ, ਜਿਹੜਾ ਉਹਨਾਂ ਨੇ ਢੰਗ ਤਰੀਕਾ ਅਪਣਾਇਆ, ਔਰ ਜਿਸ ਤਰ੍ਹਾਂ ਜਿਹੜੇ ਪਸ਼ੂਆਂ ਨੂੰ, ਜਿਹੜੀਆਂ ਗਊਸ਼ਾਲਾ 'ਚ ਗਊਆਂ ਨੂੰ ਸਾਂਭਣ ਦਾ ਸੀਗਾ, ਬਾਕੀ ਜਿਹੜਾ ਹੋਰ ਪ੍ਰੋਫੈਸ਼ਨ 'ਚ ਸੀਗਾ, ਉਹ ਸਾਰੇ ਨੂੰ ਜਦੋਂ ਬੰਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜੀਆਂ ਗਊਸ਼ਾਲਾ 'ਚ ਵੀ ਗਊਆਂ ਨੂੰ ਸਾਂਭਿਆ ਨਹੀਂ ਜਾਂਦਾ, ਉਹ ਅਵਾਰਾ ਫਿਰਦੀਆਂ। ਤਾਂ ਉਹਦੇ ਨਾਲ ਜਿਹੜੀ ਸਾਰੀ ਸਥਿਤੀ ਹੈ, ਉੱਥੇ ਕਿਸਾਨਾਂ ਨੂੰ ਬਹੁਤ ਹੀ ਮੁਸ਼ਕਲ ਆ ਰਹੀ ਹੈ। ਸਭ ਤੋਂ ਵੱਡੇ ਪੱਧਰ ਤੇ ਕਿਸਾਨਾਂ ਦੀ ਜਿਹੜੀ ਇਹ ਸਮੱਸਿਆ ਬਣੀ ਹੋਈ ਹੈ ਕਿ ਕਿਸਾਨਾਂ ਨੂੰ ਰਾਤ ਨੂੰ ਕੋਈ ਨਾ ਕੋਈ ਘਰ ਦੇ ਜੀਆਂ 'ਚ ਉਹਨਾਂ ਨੂੰ ਖੇਤ 'ਚ ਜਾ ਕੇ ਰਾਖੀ ਕਰਨੀ ਪੈਂਦੀ, ਉੱਥੇ ਸੌਣਾ ਪੈਂਦਾ। ਇਸ ਕਰਕੇ ਉਹਨਾਂ ਦੀ ਇੱਕ ਪਰੇਸ਼ਾਨੀ ਤਾਂ ਹੈ। ਦੂਜਾ ਜਿਹੜੀ ਤੇ ਉਹਨਾਂ ਦਾ ਬਕਾਇਦਾ ਕੇਂਦਰ ਸਰਕਾਰ ਦਾ ਕਿਸਾਨ ਮੰਗਾਂ ਵੱਲ ਵਤੀਰਾ ਹੈ, ਉਹਦੇ ਤੋਂ ਕਿਸਾਨੀ ਤਾਂ ਅਜੇ ਵੀ ਐਜੀਟੇਸ਼ਨ ਦੇ ਰਾਹ, ਬਕਾਇਦਾ ਰਕੇਸ਼ ਟਿਕੈਤ ਹੋਣਾ ਵੀ, ਜਿਸ ਤਰ੍ਹਾਂ ਦੇ ਯੂਪੀ ਮਿਸ਼ਨ ਉਹਨਾਂ ਨੇ ਬਣਾਇਆ ਹੈਗਾ ਕਿ ਉਹਨਾਂ ਨੇ ਵੋਟ ਦੀ ਚੋਟ ਦੀ ਜਿਹੜੀ ਗੱਲ ਕੀਤੀ ਹੈ, ਉਹਦਾ ਵੀ ਅਸਰ ਹੈਗਾ। ਔਰ ਵੈਸੇ ਵੀ ਜਿਹੜੇ ਇਹ ਸਾਰਾ ਏਰੀਆ ਸੀਗਾ ਪੱਛਮੀ ਪੂਰਬੀ ਵਾਲਾ, ਪੱਛਮੀ ਯੂਪੀ ਵਾਲਾ, ਉਹਦੇ ਵਿੱਚ
ਕਿਸਾਨਾਂ ਦਾ ਜਿਹੜਾ ਗੰਨੇ ਦਾ ਬੜਾ ਵੱਡਾ ਜਿਹੜੇ ਅਜੇ ਬਕਾਏ ਖੜੇ ਹੈਗੇ ਜਿਹੜੀ ਉਹਨਾਂ ਨੂੰ ਨਹੀਂ ਮਿਲੇ। ਸੋ ਇਸ ਕਰਕੇ ਜਿਹੜੀ ਉੱਥੋਂ ਦੀ ਕਿਸਾਨੀ ਹੈ ਉਹਦਾ ਤਾਂ ਇਹ ਹੈਗਾ ਹੀ ਹੈਗਾ, ਕਿਉਂਕਿ ਇੱਕ ਤਾਂ ਉੱਥੇ ਬਕਾਇਦਾ ਯੂਨੀਅਨਾਂ ਵੱਲੋਂ ਸੱਦਾ ਹੈਗਾ ਕਿ ਵੋਟ ਦੀ ਚੋਣ ਦਾ, ਤੇ ਉਹ ਹੈ ਵੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ। ਅਸੀਂ ਦੇਖਦੇ ਹਾਂ ਕਿ ਜਿੰਨੇ ਹੁਣ ਤੱਕ ਜਿੰਨੇ ਪੜਾਵਾਂ ਦੀਆਂ ਚੋਣਾਂ ਵੀ ਹੋਈਆਂ, ਲਗਭਗ 3 ਪੜਾਅ ਹੋ ਗਏ, ਚੌਥੇ ਪੜਾਅ ਦੀਆਂ ਹੁਣ ਜਿਹੜੀਆਂ ਵੋਟਾਂ ਪੈਣੀਆਂ ਹੈਗੀਆਂ, ਤਾਂ ਉਹਨਾਂ ਵਿੱਚ ਵੀ ਬੀਜੇਪੀ ਨੂੰ ਕਾਫੀ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਥਾਵਾਂ ਤੇ ਉਹਨਾਂ ਦੇ ਜਿਹੜੇ ਹੈ ਲੋਕਾਂ ਨੂੰ ਪਿੰਡਾਂ ਦੇ ਵਿੱਚ ਹੀ ਨਹੀਂ ਜਾਣ ਦਿੱਤਾ ਜਾਂਦਾ ਰਿਹਾ, ਜਿਹੜੇ ਉਮੀਦਵਾਰ ਸੀਗੇ ਉਹਨਾਂ ਦਾ ਵਿਰੋਧ ਹੁੰਦਾ ਰਿਹਾ। ਔਰ ਹੁਣ ਜਿਹੜਾ ਚੌਥੇ ਪੜਾਅ 'ਚ ਵੀ ਉਹਨਾਂ ਨੂੰ ਕੋਈ ਬਹੁਤਾ ਉਹਨਾਂ ਦੇ ਉੱਥੇ ਪੈਰ ਨਹੀਂ ਲੱਗ ਰਿਹਾ, ਔਰ ਉਹ ਉਸਦਾ ਪ੍ਰਗਟਾਵਾ ਜਿਹੜਾ ਬਾਰ-ਬਾਰ ਪ੍ਰਧਾਨ ਮੰਤਰੀ ਜਿਸ ਢੰਗ ਨਾਲ ਆਪਣਾ ਭਾਸ਼ਣ ਕਰਦੇ ਆ, ਜਿਸ ਨਾਲ ਬੋਲਦੇ ਆ, ਜਿਸ ਤਰ੍ਹਾਂ ਢੰਗ ਨਾਲ ਉਹਨਾਂ ਨੇ ਸਾਰਾ ਅਖਿਲੇਸ਼ ਨੂੰ ਨਿਸ਼ਾਨਾ ਬਣਾਇਆ, ਉਹਦੇ ਚੋਣ ਨਿਸ਼ਾਨ ਨੂੰ ਨਿਸ਼ਾਨਾ ਬਣਾਇਆ, ਉਸ ਤੋਂ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੌਪ ਲੀਡਰਸ਼ਿਪ ਹੈ ਉਹਦੇ ਵਿੱਚ ਬਖਲਾਹਟ ਹੈਗੀ ਹੈ, ਜੋ ਕੁਝ ਸਥਿਤੀ ਯੂਪੀ 'ਚ ਬਣੀ ਹੋਈ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਸੁਨੀਲ ਜਾਖੜ ਉਹਨਾਂ ਦੀ, ਇਹ ਸ਼ੰਕਾ ਉਹਨਾਂ ਦਾ ਠੀਕ ਹੈਗਾ, ਕਿਉਂਕਿ ਉਸ ਤੋਂ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇਹ ਖੇਤੀ ਕਾਨੂੰਨ ਵਾਪਸ ਵੀ ਹੋਏ ਸੀ ਤਾਂ ਉਦੋਂ ਇੱਕ ਵਾਰੀ ਜਿਹੜੇ ਖੇਤੀ ਮੰਤਰੀ ਸੀਗੇ ਨਰਿੰਦਰ ਸਿੰਘ ਤੋਮਰ, ਉਹਨਾਂ ਨੇ ਵੀ ਕਿਹਾ ਸੀ ਕਿ ਬਿੱਲ ਦੁਆਰਾ ਵੀ ਵਾਪਸ ਲਿਆਂਦੇ ਆ ਸਕਦੇ ਆ, ਦੁਆਰਾ ਵੀ ਇਹਨਾਂ ਨੂੰ ਲਿਆਂਦਾ ਜਾ ਸਕਦਾ, ਬਿੱਲਾਂ ਨੂੰ ਜਿਹੜੇ ਖੇਤੀ ਕਾਨੂੰਨ ਆ, ਖੇਤੀ ਬਿੱਲ ਲਿਆ ਕੇ ਉਹਨਾਂ ਦੁਆਰਾ ਕਾਨੂੰਨ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਹੀ ਜਿਹੜੇ ਰਾਜਸਥਾਨ ਦੇ ਗਵਰਨਰ ਸੀ ਉਹਨਾਂ ਵੀ ਉਦੋਂ ਇਹੀ ਗੱਲ ਕਹੀ ਸੀ। ਔਰ ਇਹ ਤਾਂ ਠੀਕ ਹੈ ਕਿ ਉਹ ਬੇਸ਼ੱਕ ਉਸ ਰੂਪ 'ਚ ਨਾ ਸਰਕਾਰ ਲਿਆ ਸਕੇ, ਪਰ ਕੋਈ ਨਾ ਕੋਈ ਹੋਰ ਰੂਪ ਦੇ ਕੇ ਬਿੱਲਾਂ ਨੂੰ ਹੋਰ ਢੰਗ ਤਰੀਕਾ ਅਪਣਾ ਕੇ ਇਹ ਜ਼ਰੂਰ ਇਸ ਪਾਸੇ ਸਰਕਾਰ ਵੱਧ ਸਕਦੀ ਹੈ, ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਹੁਣ ਚੋਣਾਂ ਤੋਂ ਬਾਅਦ, ਜੇ ਕਿਸਾਨਾਂ ਨੂੰ ਬਹੁਤਾ ਸਪੋਰਟ ਨਹੀਂ ਮਿਲਦੀ, ਜਿਸ ਤਰ੍ਹਾਂ ਸੰਯੁਕਤ ਸਮਾਜ ਮੋਰਚਾ ਨੇ ਪਾਰਟੀ ਬਣਾ ਕੇ ਚੋਣ ਲੜੀ ਹੈ, ਤਾਂ ਉਸ ਦਾ ਅਸਰ ਤਾਂ ਕੁਦਰਤੀ ਹੈ ਦੇਖਣ ਨੂੰ ਮਿਲੇਗਾ। ਭਾਵੇਂ ਕਿ ਕਿਸਾਨ ਜਥੇਬੰਦੀਆਂ ਆਪਣੇ ਤੌਰ ਤੇ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੇ ਚੋਣਾਂ 'ਚ ਭਾਗ ਨਹੀਂ ਲਿਆ, ਉਹ ਤਾਂ ਐਜੀਟੇਸ਼ਨ ਲਗਾਤਾਰ ਹੀ ਕਰ ਰਿਹਾ। ਜਿਹੜੇ ਵੀ ਕੌਮੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦੇ ਆਇਆ ਵਿਸ਼ਵਾਸਘਾਤ ਦਿਵਸ ਜਿਹੜਾ ਉਹਨਾਂ ਨੇ ਮਨਾਇਆ, ਔਰ ਹੋਰ ਵੀ ਜਿਹੜੇ ਉਹਨਾਂ ਨੇ ਆਪੋ ਆਪਣੇ ਥਾਂ ਦੇ ਉੱਤੇ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਉਹਨਾਂ ਨੇ ਕੀਤੀਆਂ ਪਿਛਲੇ ਦਿਨਾਂ 'ਚ, ਜਿਸ ਤਰ੍ਹਾਂ ਗਰਾਹਾ ਗਰੁੱਪ ਨੇ ਏਡੀ ਵੱਡੀ ਰੈਲੀ ਕੀਤੀ ਹੈ ਬਰਨਾਲੇ ਦੇ ਵਿੱਚ। ਸੋ ਇਹ ਸਾਰੇ ਤੋਂ ਲੱਗਦਾ ਤਾਂ ਇਹੀ ਹੈ ਕਿ ਕੇਂਦਰ ਸਰਕਾਰ ਦੇ ਜਿਹੜੇ ਉਹਨਾਂ ਨੇ ਸ਼ੰਕੇ ਜ਼ਾਹਰ ਕੀਤੇ ਆ, ਹੋ ਵੀ ਸਕਦਾ, ਪਰ ਇਹ ਹੈ ਕਿ ਜਿਸ ਤਰ੍ਹਾਂ ਕਿਸਾਨ ਐਜੀਟੇਸ਼ਨ ਅਜੇ ਵਧਾ ਰਿਹਾ ਹੈ, ਤੇ ਹੋ ਸਕਦਾ ਕਿ ਸਰਕਾਰ ਦਾ ਹੌਸਲਾ ਨਾ ਪਵੇ। ਦੂਸਰਾ, ਜਿਹੜੇ ਪੰਜਾਬ ਦੇ ਤੇ ਯੂਪੀ ਦੇ ਨਤੀਜੇ ਹੈ, ਇਹਨਾਂ ਤੇ ਬਹੁਤ ਕੁਝ ਨਿਰਭਰ ਕਰੇਗਾ। ਜੇ ਯੂਪੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਜਿਨ੍ਹਾਂ ਹਲਕਿਆਂ ਜਿਨ੍ਹਾਂ ਵੀ ਸੂਬਿਆਂ ਦੇ ਵਿੱਚ ਇਸ ਵੇਲੇ ਚੋਣਾਂ ਹੋ ਰਹੀਆਂ, ਉੱਥੇ ਭਾਰਤੀ ਜਨਤਾ ਪਾਰਟੀ ਨੂੰ ਜੇ ਸੈਟਬੈਕ ਲੱਗਦਾ ਤਾਂ ਫਿਰ ਸ਼ਾਇਦ ਉਹਨਾਂ ਦੀ ਕੇਂਦਰ ਸਰਕਾਰ ਦੀ ਹਿੰਮਤ ਨਾ ਪਵੇ। ਪਰ ਇਹ ਹੈ ਕਿ ਸੁਨੀਲ ਜਾਖੜ ਵੱਲੋਂ ਜਿਹੜਾ ਸ਼ੰਕਾ ਪ੍ਰਗਟ ਕੀਤਾ ਗਿਆ, ਉਸ ਨੂੰ ਅੱਖੋਂ ਪਰੋਖੇ ਵੀ ਨਹੀਂ ਕੀਤਾ ਜਾ ਸਕਦਾ। ਠੀਕ, ਮੇਰੇ ਖਿਆਲ ਜੰਨੂ ਸਾਹਿਬ ਇਹ ਹੋਰ ਕੱਲ ਵਿਸ਼ਿਆਂ ਤੇ ਗੱਲ ਕਰਾਂਗੇ। ਮੇਰੇ ਖਿਆਲ ਸਾਡੀ ਜਿਹੜੀ ਗੱਲਬਾਤ ਅਸੀਂ 3-4 ਗੱਲਾਂ ਮੁੱਦਿਆਂ ਤੇ ਕਰਨੀ ਸੀਗੀ ਉਹ ਮੁਕੰਮਲ ਹੋ ਗਈ ਹੈ। ਹੁਣ ਅਸੀਂ ਤੁਹਾਡੇ ਕੋਲੋਂ ਤੇ ਆਪਣੇ ਦਰਸ਼ਕਾਂ ਕੋਲੋਂ ਲੈਂਦੇ ਆਗਿਆ। ਧੰਨਵਾਦ। ਧੰਨਵਾਦ।